Hello students, today I am going to explain Marxism. First of all, I explain the meaning of Marxism. ਅੱਜ ਮੈਂ ਜਿਸ ਵਿਸ਼ੇ ਦੇ ਉੱਪਰ ਚਰਚਾ ਕਰਾਂਗੀ ਉਸ ਵਿਸ਼ੇ ਦਾ ਨਾਮ ਹੈ ਮਾਰਕਸਵਾਦ। ਸਭ ਤੋਂ ਪਹਿਲਾਂ ਅਸੀਂ ਮਾਰਕਸਵਾਦ ਦੇ ਅਰਥਾਂ ਨੂੰ ਸਮਝਾਂਗੇ ਕਿ ਮਾਰਕਸਵਾਦ ਨੂੰ ਆਮ ਤੌਰ ਤੇ ਮਾਰਕਸਵਾਦੀ ਸਮਾਜਵਾਦ, ਕਿਰਤੀ ਸਮਾਜਵਾਦ, ਵਿਗਿਆਨਿਕ ਸਮਾਜਵਾਦ ਅਤੇ ਸਾਮਵਾਦ ਅਨੇਕਾਂ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ। ਮਾਰਕਸਵਾਦ ਪ੍ਰਸਿੱਧ ਜਰਮਨ ਵਿਦਵਾਨ ਕਾਰਲ ਮਾਰਕਸ ਦੇ ਵਿਚਾਰਾਂ ਤੇ ਆਧਾਰਿਤ ਹੈ ਅਤੇ ਕਾਰਲ ਮਾਰਕਸ ਨੂੰ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ। ਸਮਾਜਵਾਦ ਨੂੰ ਵਿਗਿਆਨਿਕ ਰੂਪ ਦੇਣ ਦਾ ਕੰਮ ਸਭ ਤੋਂ ਪਹਿਲਾਂ ਕਾਰਲ ਮਾਰਕਸ ਨੇ ਕੀਤਾ, ਜਿਸ ਕਰਕੇ ਉਸ ਨੂੰ ਵਰਤਮਾਨ ਯੁੱਗ ਦਾ ਮਹਾਨ ਵਿਚਾਰਕ ਮੰਨਿਆ ਜਾਂਦਾ ਹੈ। ਕਾਰਲ ਮਾਰਕਸ ਜਿਸ ਤਰ੍ਹਾਂ ਦਾ ਸਮਾਜ ਕਾਇਮ ਕਰਨਾ ਚਾਹੁੰਦਾ ਸੀ, ਉਸ ਨੂੰ ਕਾਇਮ ਕਰਨ ਦੀ ਵਿਧੀ ਦਾ ਵੀ ਉਸਨੇ ਵਰਣਨ ਕੀਤਾ। ਉਸਨੇ ਆਪਣੇ ਸਮੇਂ ਦੀ ਆਰਥਿਕ ਵਿਵਸਥਾ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ ਕੀਤਾ, ਉਸ ਦਾ ਆਰਥਿਕ ਸਥਿਤੀ ਦਾ ਅਧਿਐਨ ਕੀਤਾ ਅਤੇ ਕਿਹਾ ਕਿ ਪੂੰਜੀਵਾਦ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਇਸ ਲਈ ਪੂੰਜੀਵਾਦੀ ਦੀ ਸਮਾਪਤੀ ਜ਼ਰੂਰੀ ਹੈ ਤੇ ਮਜ਼ਦੂਰ ਕ੍ਰਾਂਤੀ ਦੁਆਰਾ ਪੂੰਜੀਵਾਦ ਨੂੰ ਖਤਮ ਕਰਕੇ ਆਪਣੀ ਸੱਤਾ ਸਥਾਪਿਤ ਕਰਨਗੇ ਅਤੇ ਸਮਾਨਤਾ 'ਤੇ ਆਧਾਰਿਤ ਸ਼ੋਸ਼ਣ ਰਹਿਤ ਸਮਾਜ ਦੀ ਸਥਾਪਨਾ ਕਰਨਗੇ ਅਤੇ ਅਜਿਹੇ ਸਮਾਜ ਵਿੱਚ ਰਾਜ ਨਾਂ ਦੀ ਕੋਈ ਸੰਸਥਾ ਨਹੀਂ ਹੋਵੇਗੀ। ਤਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੋ ਮਾਰਕਸਵਾਦੀ ਵਿਚਾਰਧਾਰਾ ਹੈ ਉਹ ਵਰਗ ਰਹਿਤ ਸਮਾਜ ਦੀ ਸਥਾਪਨਾ ਹੈ। ਮਾਰਕਸਵਾਦ ਜੋ ਹੈ ਪੂੰਜੀਪਤੀਆਂ ਦੇ ਬਿਲਕੁਲ ਹੀ ਵਿਰੁੱਧ ਜੋ ਹੈ ਆਵਾਜ਼ ਉਠਾਉਂਦਾ ਹੈ, ਪੂੰਜੀਵਾਦ ਦੇ ਖਾਤਮੇ ਦੀ ਗੱਲ ਕਰਦਾ ਹੈ। ਉਸ ਦਾ ਵਿਚਾਰ ਹੈ ਕਿ ਜੇ ਸਮਾਜ ਦੇ ਵਿੱਚ ਅਮੀਰੀ ਗਰੀਬੀ ਦਾ ਵਰਗ ਦਾ ਭੇਦ ਖਤਮ ਹੋ ਜਾਏਗਾ, ਸਮਾਜ ਵਿੱਚ ਸਭ ਲੋਕ ਇੱਕ ਸਮਾਨ ਹੋਣਗੇ, ਤਾਂ ਸਮਾਜ ਵਿੱਚੋਂ ਸਾਰੀਆਂ ਬੁਰਾਈਆਂ ਦਾ ਅੰਤ ਹੋ ਜਾਏਗਾ। ਕਿਉਂਕਿ ਪੂੰਜੀਵਾਦੀ ਹੀ ਹਨ, ਜੋ ਪੂੰਜੀਪਤੀ ਹਨ, ਉਹ ਜੋ ਹਨ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ। ਉਹਨਾਂ ਤੋਂ ਵੱਧ ਮਜ਼ਦੂਰੀ ਕਰਵਾ ਕੇ ਉਸ ਦੇ ਬਦਲੇ ਵਿੱਚ ਉਹਨਾਂ ਨੂੰ ਘੱਟ ਵੇਤਨ ਦਿੱਤਾ ਜਾਂਦਾ ਹੈ ਅਤੇ ਪੂੰਜੀਪਤੀਆਂ ਦੁਆਰਾ ਹੀ ਮਜ਼ਦੂਰਾਂ ਦਾ ਵਧੇਰੇ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਕਰਕੇ ਜੋ ਕਾਰਲ ਮਾਰਕਸ ਹੈ ਉਹ ਵਰਗ ਜੋ ਰਹਿਤ ਹੈ ਸਮਾਜ ਦੀ ਸਥਾਪਨਾ ਵਿੱਚ ਵਿਸ਼ਵਾਸ ਕਰਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਵਾਟ ਇਜ਼ ਮਾਰਕਸਿਜ਼ਮ, ਕਿ ਮਾਰਕਸਵਾਦ ਕੀ ਹੈ। ਮਾਰਕਸਵਾਦ, ਜਿਸ ਨੂੰ ਵਿਗਿਆਨਿਕ ਸਮਾਜਵਾਦ ਵੀ ਕਿਹਾ ਜਾਂਦਾ ਹੈ, ਦਾ ਬਾਨੀ ਕਾਰਲ ਮਾਰਕਸ ਨੂੰ ਮੰਨਿਆ ਜਾਂਦਾ ਹੈ। ਭਾਵੇਂ ਕਿ ਕਾਰਲ ਮਾਰਕਸ ਤੋਂ ਪਹਿਲਾਂ ਪਲੈਟੋ, ਰਾਬਰਟ ਓਵਨ, ਸੇਂਟ ਸਾਈਮਨ, ਇਹ ਜੋ ਸਾਰੇ ਵਿਦਵਾਨਾਂ ਦੁਆਰਾ ਵੀ ਸਮਾਜਵਾਦੀ ਵਿਚਾਰਧਾਰਾ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਸਨ, ਪਰੰਤੂ ਇਹਨਾਂ ਵਿਦਵਾਨਾਂ ਦੇ ਵਿਚਾਰਾਂ ਜੋ ਵਿੱਚ ਕਲਪਨਾ ਸੀ ਤੇ ਆਧਾਰਿਤ ਸਨ ਅਤੇ ਉਦਯੋਗਿਕ ਕ੍ਰਾਂਤੀ ਤੋਂ ਪੈਦਾ ਹੋਈਆਂ ਸਥਿਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਰਲ ਮਾਰਕਸ ਨੇ ਕਿਰਤੀ ਵਰਗ ਦੀਆਂ ਸਥਿਤੀਆਂ ਨੂੰ ਸੁਧਾਰਨ ਵਾਸਤੇ ਵਿਗਿਆਨਿਕ ਸਮਾਜਵਾਦ ਦਾ ਸਿਧਾਂਤ ਪੇਸ਼ ਕੀਤਾ। ਕਾਰਲ ਮਾਰਕਸ ਨੇ ਪੂੰਜੀਵਾਦੀ ਵਿਵਸਥਾ ਨੂੰ ਖਤਮ ਕਰਕੇ ਇੱਕ ਅਜਿਹੇ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਸਨ, ਜਿਸ ਵਿੱਚ ਕਿਰਤੀ ਵਰਗ ਦਾ ਸ਼ੋਸ਼ਣ ਨਹੀਂ ਹੋਵੇਗਾ, ਕਿਸੇ ਵੀ ਮਜ਼ਦੂਰ ਨੂੰ ਭੁੱਖਾ ਨਹੀਂ ਸੌਣਾ ਪਵੇਗਾ। ਅਤੇ ਕਾਰਲ ਮਾਰਕਸ ਨੂੰ ਕੇਵਲ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਸੰਬੰਧੀ ਆਪਣੇ ਵਿਚਾਰ ਹੀ ਪੇਸ਼ ਨਹੀਂ ਕੀਤੇ, ਸਗੋਂ ਉਸਨੇ ਅਜਿਹੇ ਸਮਾਜ ਦੀ ਸਥਾਪਨਾ ਦੀ ਵਿਧੀ ਦਾ ਵੀ ਵਰਣਨ ਕੀਤਾ ਹੈ, ਜਿਸ ਨੂੰ ਸਮੁੱਚੇ ਰੂਪ ਵਿੱਚ ਅੱਜ ਸਾਮਵਾਦ ਦਾ ਨਾਂ ਦਿੱਤਾ ਗਿਆ ਹੈ। ਕਾਰਲ ਮਾਰਕਸ ਦਾ ਅੰਤਿਮ ਉਦੇਸ਼ ਇੱਕ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਹੈ ਜਿਸ ਵਿੱਚ ਅਮੀਰ ਤੇ ਗਰੀਬ ਵਿਚਕਾਰ ਕੋਈ ਫਰਕ ਨਹੀਂ ਹੋਵੇਗਾ ਅਤੇ ਹਰ ਵਿਅਕਤੀ ਕੰਮ ਕਰੇਗਾ ਅਤੇ ਉਸ ਨੂੰ ਉਸ ਦੀਆਂ ਲੋੜਾਂ ਦੀ ਪੂਰਤੀ ਅਨੁਸਾਰ ਵੇਤਨ ਮਿਲੇਗਾ ਅਤੇ ਅਜਿਹੀ ਵਿਵਸਥਾ ਵਿੱਚ ਰਾਜ ਨਾਂ ਦੀ ਕਿਸੇ ਵੀ ਸੰਸਥਾ ਦੀ ਲੋੜ ਨਹੀਂ ਹੋਵੇਗੀ ਅਤੇ ਰਾਜ ਨਾਂ ਦੀ ਸੰਸਥਾ ਆਪੇ ਹੀ ਅਲੋਪ ਹੋ ਜਾਵੇਗੀ। ਕਾਰਲ ਮਾਰਕਸ, ਜੇਕਰ ਅਸੀਂ ਗੱਲ ਕਰੀਏ ਤਾਂ ਇੱਕ ਅਜਿਹੀ ਵਿਚਾਰਧਾਰਾ ਹੈ ਜਿਸ ਵਿੱਚ ਇੱਕ ਵਰਗ ਰਹਿਤ ਬਿਨਾਂ ਭੇਦਭਾਵ ਦੇ ਸਾਰੇ ਇੱਕ ਸਮਾਨ ਲੋਕ ਹੋਣ ਅਜਿਹੇ ਸਮਾਜ ਦੀ ਸਿਰਜਣਾ ਦੇ ਵਿੱਚ ਵਿਸ਼ਵਾਸ ਰੱਖਦਾ ਹੈ।
ਜਿਸ ਵਿੱਚ ਕੀ ਹੈ ਕਿ ਨਾ ਤਾਂ ਕੋਈ ਅਮੀਰ ਵਰਗ ਹੋਵੇ ਅਤੇ ਨਾ ਹੀ ਕੋਈ ਗਰੀਬ ਵਰਗ ਹੋਵੇ, ਬਲਕਿ ਸਾਰੇ ਲੋਕਾਂ ਨੂੰ ਇੱਕ ਬਰਾਬਰ ਰੋਜ਼ਗਾਰ ਦੇ ਮੌਕੇ ਮਿਲਣ ਅਤੇ ਸਾਰੇ ਜੋ ਲੋਕ ਹੈ ਉਹਨਾਂ ਨੂੰ ਉਹਨਾਂ ਦੇ ਮਜ਼ਦੂਰੀ ਦੇ ਬਦਲੇ ਦੇ ਵਿੱਚ ਉਚਿਤ ਵੇਤਨ ਦਿੱਤਾ ਜਾਵੇ, ਤਾਂ ਕਿ ਸਮਾਜ ਦੇ ਵਿੱਚ ਕੋਈ ਵੀ ਲੋਕ ਹੈ ਜੋ ਕੋਈ ਵੀ ਭੁੱਖਾ ਨਾ ਹੋਵੇ ਅਤੇ ਸਾਰਿਆਂ ਨੂੰ ਆਪਣੀ ਮਜ਼ਦੂਰੀ ਦੇ ਬਦਲੇ ਪੇਟ ਭਰ ਭੋਜਨ ਮਿਲੇ ਅਤੇ ਆਪਣੀਆਂ ਉਹ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਮਾਰਕਸਵਾਦ ਦੀ ਧਾਰਨਾ ਹੈ ਜੋ ਹੈ ਵਰਗ ਰਹਿਤ ਹੈ, ਜੋ ਸਮਾਜ ਦੀ ਧਾਰਨਾ ਦੇ ਉੱਪਰ ਆਧਾਰਨ ਹੈ ਅਤੇ ਇੱਕ ਸਮਾਨ ਜੋ ਸਮਾਜ ਦੇ ਲੋਕਾਂ ਵਿੱਚ ਜੋ ਹੈ ਨਿਆਂ ਹੋਵੇ, ਇੱਕ ਸਮਾਨ ਭਾਈਚਾਰੇ ਦੀ ਭਾਵਨਾ ਹੋਵੇ, ਇਸ ਧਾਰਨਾ ਦੇ ਉੱਤੇ ਆਧਾਰਿਤ ਹੈ ਮਾਰਕਸਵਾਦ। ਅੱਗੇ ਅਸੀਂ ਗੱਲ ਕਰਾਂਗੇ ਮੇਨ ਪ੍ਰਿੰਸੀਪਲਸ ਆਫ ਮਾਰਕਸਿਜ਼ਮ, ਕਿ ਮਾਰਕਸਵਾਦ ਦੇ ਜਿਹੜੇ ਮੁੱਖ ਸਿਧਾਂਤ ਕਿਹੜੇ ਹਨ, ਕਿ ਮਾਰਕਸਵਾਦ ਹੈ ਉਹ ਕਿਹੜੇ ਸਿਧਾਂਤਾਂ ਦੇ ਉੱਪਰ ਆਧਾਰਿਤ ਹੈ। ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰਾਂਗੇ ਭੌਤਿਕ ਦਵੰਦਵਾਦ ਵਿੱਚ ਵਿਸ਼ਵਾਸ। ਭੌਤਿਕ ਦਵੰਦਵਾਦ ਮਾਰਕਸਵਾਦ ਦਾ ਮੂਲ ਸਿਧਾਂਤ ਹੈ, ਜਿਸ ਉੱਤੇ ਕਾਰਲ ਮਾਰਕਸ ਦਾ ਪੂਰਾ ਰਾਜਨੀਤਿਕ ਦਰਸ਼ਨ ਆਧਾਰਿਤ ਹੈ। ਦਵੰਦਵਾਦ ਦੇ ਜੇਕਰ ਅਸੀਂ ਸ਼ਬਦ ਨੂੰ ਸਮਝੀਏ ਤਾਂ ਉਸ ਦਾ ਅਰਥ ਹੈ ਵਾਦ ਵਿਵਾਦ, ਡਿਸਕਸ਼ਨ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਦਵੰਦ ਹੈ ਦੋ ਚੀਜ਼ਾਂ ਦੇ ਵਿੱਚ ਆਪਸੀ ਵਾਦ ਵਿਵਾਦ ਹੈ। ਇੱਥੇ ਅਸੀਂ ਇਹ ਦੱਸਣਾ ਜ਼ਰੂਰੀ ਹੈ ਕਿ ਜੋ ਕਾਰਲ ਮਾਰਕਸ ਹੈ ਉਹ ਦਵੰਦਵਾਦ ਪ੍ਰਣਾਲੀ ਦਾ ਜਨਮਦਾਤਾ ਨਹੀਂ ਹੈ, ਸਗੋਂ ਉਸਨੇ ਇਹ ਵਿਚਾਰ ਜਰਮਨ ਵਿਦਵਾਨ ਹੀਗਲ ਤੋਂ ਲਏ ਅਤੇ ਲੋੜ ਅਨੁਸਾਰ ਉਹਨਾਂ ਵਿੱਚ ਪਰਿਵਰਤਨ ਕੀਤੇ। ਹੀਗਲ ਅਨੁਸਾਰ ਸਮਾਜ ਵਿੱਚ ਸਾਰੇ ਵਿਕਾਸ ਕਰਮ ਪਿੱਛੇ ਵਿਚਾਰ ਇੱਕ ਸਰਵਸ਼੍ਰੇਸ਼ਟ ਚਾਲਕ ਸ਼ਕਤੀ ਹੈ, ਜਦ ਕਿ ਮਾਰਕਸ ਅਨੁਸਾਰ ਪਦਾਰਥ ਹੀ ਇੱਕੋ ਇੱਕ ਹਕੀਕਤ ਹੈ ਅਤੇ ਸਾਰੇ ਪਰਿਵਰਤਨਾਂ ਲਈ ਜ਼ਿੰਮੇਵਾਰ ਹੈ। ਦਵੰਦਵਾਦ ਪ੍ਰਣਾਲੀ ਨੂੰ ਵਿਰੋਧ ਦਾ ਘੋਲ ਵੀ ਕਿਹਾ ਜਾਂਦਾ ਹੈ। ਇੱਕ ਵਿਚਾਰ ਜਦੋਂ ਦੂਜੇ ਵਿਚਾਰ ਵਿਰੁੱਧ ਪ੍ਰਤੀਕਿਰਿਆ ਕਰਦਾ ਹੈ ਤਾਂ ਨਵਾਂ ਵਿਚਾਰ ਪੈਦਾ ਹੁੰਦਾ ਹੈ। ਇਸ ਤਰ੍ਹਾਂ ਹੀ ਜਦੋਂ ਇੱਕ ਪਦਾਰਥ ਦੂਜੇ ਪਦਾਰਥ ਦੇ ਵਿਰੁੱਧ ਪ੍ਰਤੀਕਿਰਿਆ ਕਰਦਾ ਹੈ ਤਾਂ ਨਤੀਜੇ ਵਜੋਂ ਇੱਕ ਨਵੇਂ ਪਦਾਰਥ ਦਾ ਜਨਮ ਹੁੰਦਾ ਹੈ। ਇਹ ਵਿਕਾਸ ਕ੍ਰਮ ਅੱਗੇ ਚੱਲਦਾ ਰਹਿੰਦਾ ਹੈ। ਇਹ ਅੰਤਰ ਵਿਰੋਧ ਦੋ ਪ੍ਰਕਾਰ ਦਾ, ਅਰਥਾਤ ਇੱਕ ਵਾਦ ਅਤੇ ਦੂਜਾ ਪ੍ਰਤੀਵਾਦ ਪੈਦਾ ਹੁੰਦਾ ਹੈ। ਵਾਦ ਅਤੇ ਪ੍ਰਤੀਵਾਦ ਵਿੱਚ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਹੈ, ਜਿਸ ਦੇ ਨਤੀਜੇ ਵਜੋਂ ਇੱਕ ਨਵੀਂ ਚੀਜ਼ ਦਾ ਜਨਮ ਹੁੰਦਾ ਹੈ, ਜਿਸ ਨੂੰ ਸੰਵਾਦ ਕਿਹਾ ਜਾਂਦਾ ਹੈ। ਸੰਵਾਦ ਵਿੱਚ ਵਾਦ ਅਤੇ ਪ੍ਰਤੀਵਾਦ ਦੋਹਾਂ ਦੇ ਗੁਣ ਆ ਜਾਂਦੇ ਹਨ। ਥੋੜ੍ਹੇ ਸਮੇਂ ਪਿੱਛੋਂ ਸੰਵਾਦ ਫਿਰ ਵਾਦ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਵਾਦ ਪ੍ਰਤੀਵਾਦ ਅਤੇ ਸੰਵਾਦ ਦੀ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਤਾਂ ਮਾਰਕਸਵਾਦ ਨੇ ਇਸ ਦਵੰਦਵਾਦ ਨੂੰ ਐਂਗਲਜ਼ ਨੇ ਕਣਕ ਦੇ ਦਾਣੇ ਦੀ ਉਦਾਹਰਨ ਦੇ ਕੇ ਸਪਸ਼ਟ ਕੀਤਾ ਹੈ। ਉਸਨੇ ਕਿਹਾ ਹੈ ਕਿ ਜੇਕਰ ਇੱਕ ਕਣਕ ਦੇ ਦਾਣੇ ਨੂੰ ਧਰਤੀ ਦੇ ਵਿੱਚ ਬੀਜ ਦਿੱਤਾ ਜਾਵੇ ਤਾਂ ਗਰਮੀ ਅਤੇ ਨਮੀ ਦੇ ਕਾਰਨ ਕਣਕ ਦਾ ਦਾਣਾ ਫੁੱਟ ਜਾਵੇਗਾ ਅਤੇ ਅੰਕੁਰ ਦੇ ਰੂਪ ਵਿੱਚ ਉਸ ਵਿੱਚੋਂ ਇੱਕ ਨਵਾਂ ਪੌਦਾ ਨਿਕਲੇਗਾ, ਜਿਸ ਉੱਤੇ ਅਨੇਕਾਂ ਕਣਕ ਦੇ ਦਾਣੇ ਲੱਗਣਗੇ। ਕਿਸਾਨ ਦੀ ਮਿਹਨਤ ਸਦਕਾ ਉਹ ਦਾਣੇ ਪਹਿਲਾਂ ਨਾਲੋਂ ਵਧੇਰੇ ਚੰਗੇ ਹੋ ਸਕਣਗੇ। ਫਿਰ ਉਹਨਾਂ ਕਣਕ ਦੇ ਦਾਣੇ ਤੋਂ ਅਨੇਕਾਂ ਕਣਕ ਦੇ ਪੌਦੇ ਉਗਾਏ ਜਾ ਸਕਣਗੇ ਅਤੇ ਐਂਜਲ ਅਨੁਸਾਰ ਬੀਜ ਵਾਦ ਸੀ, ਪੌਦਾ ਪ੍ਰਤੀਵਾਦ ਸੀ ਅਤੇ ਉਸ 'ਤੇ ਲੱਗਿਆ ਹੋਇਆ ਜੋ ਫਲ ਹੈ ਸਿੱਟਾ ਸੰਵਾਦ ਸੀ। ਇਸ ਪ੍ਰਕਿਰਿਆ ਅਨੁਸਾਰ ਹੀ ਸਮਾਜ ਵਿੱਚ ਵਿਕਾਸ ਹੁੰਦਾ ਰਹਿੰਦਾ ਹੈ ਅਤੇ ਸੰਸਾਰ ਵਿੱਚ ਪਾਈ ਜਾਣ ਵਾਲੀ ਹਰ ਵਸਤੂ ਵਿੱਚ ਆਤਮ ਵਿਰੋਧ ਪਾਇਆ ਜਾਂਦਾ ਹੈ, ਜਿਸ ਕਰਕੇ ਉਸ ਵਿੱਚ ਤਬਦੀਲੀ ਲਾਜ਼ਮੀ ਹੈ ਅਤੇ ਇਹ ਤਬਦੀਲੀ ਹੀ ਪ੍ਰਗਤੀ ਦਾ ਕਾਰਨ ਬਣਦੀ ਹੈ। ਤਾਂ ਇਸ ਸਾਰੀ ਜੋ ਪ੍ਰਕਿਰਿਆ ਨੂੰ ਜੋ ਹੈ ਕਾਰਲ ਮਾਰਕਸ ਨੇ ਭੌਤਿਕ ਦਵੰਦਵਾਦ ਦੀ ਪ੍ਰਕਿਰਿਆ ਦਾ ਨਾਂ ਦਿੱਤਾ ਹੈ। ਅੱਗੇ ਅਸੀਂ ਗੱਲ ਕਰਾਂਗੇ ਕਾਰਲ ਮਾਰਕਸ ਦੇ ਭੌਤਿਕ ਦਵੰਦਵਾਦ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਪਦਾਰਥ ਇੱਕੋ ਇੱਕ ਹਕੀਕਤ ਹੈ ਅਤੇ ਸਾਰੇ ਪਰਿਵਰਤਨਾਂ ਲਈ ਜ਼ਿੰਮੇਵਾਰ ਹੈ। ਹਰ ਵਸਤੂ ਅਤੇ ਸਥਿਤੀ ਪਰਿਵਰਤਨਸ਼ੀਲ ਹੈ। ਹਰ ਤੱਥ ਵਿੱਚ ਅੰਤਰ ਵਿਰੋਧ ਹੁੰਦਾ ਹੈ। ਸਥਾਨ ਅਤੇ ਸਥਿਤੀਆਂ ਵਿਕਾਸ ਨੂੰ ਜ਼ਰੂਰ ਪ੍ਰਭਾਵਿਤ ਕਰਦੀਆਂ ਹਨ। ਅੱਗੇ ਅਸੀਂ ਗੱਲ ਕਰਾਂਗੇ ਜੋ ਅਗਲਾ ਮਾਰਕਸਵਾਦ ਦਾ ਮੁੱਖ ਸਿਧਾਂਤ ਹੈ ਵਾਧੂ ਮੁੱਲ ਦਾ ਸਿਧਾਂਤ, ਥਿਊਰੀ ਆਫ ਸਰਪਲਸ ਵੈਲਿਊ। ਕਾਰਲ ਮਾਰਕਸ ਦੇ ਵਿਚਾਰ
ਮੁੱਖ ਰੂਪ ਵਿੱਚ ਵਾਧੂ ਮੁੱਲ ਦੇ ਸਿਧਾਂਤ ਉੱਪਰ ਆਧਾਰਿਤ ਹਨ। ਮਾਰਕਸ ਦਾ ਵਿਚਾਰ ਹੈ ਕਿ ਕਿਸੇ ਵੀ ਵਸਤੂ ਦੇ ਉਤਪਾਦਨ ਵਿੱਚ ਕਿਰਤੀ ਦਾ ਹੱਥ ਮੁੱਖ ਹੁੰਦਾ ਹੈ, ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਲਗਾ ਕੇ ਕੱਚੇ ਮਾਲ ਨੂੰ ਪੱਕੇ ਮਾਲ ਵਿੱਚ ਬਦਲਦਾ ਹੈ। ਕਿਸੇ ਵੀ ਵਸਤੂ ਦਾ ਮੁੱਲ ਉਸ ਦੇ ਉਤਪਾਦਨ ਲਈ ਪ੍ਰਯੋਗ ਕੀਤੇ ਗਏ ਕੱਚੇ ਮਾਲ ਅਤੇ ਉਸ ਉੱਪਰ ਲੱਗੀ ਕਿਰਤ ਅਤੇ ਸਮੇਂ ਅਨੁਸਾਰ ਹੀ ਨਿਸ਼ਚਿਤ ਹੁੰਦਾ ਹੈ। ਪੂੰਜੀਵਾਦੀ ਸਮਾਜ ਵਿੱਚ ਕੱਚੇ ਮਾਲ ਉੱਪਰ ਕੁਝ ਅਮੀਰ ਲੋਕਾਂ ਦਾ ਹੀ ਕੰਟਰੋਲ ਹੁੰਦਾ ਹੈ ਅਤੇ ਮਜ਼ਦੂਰ ਕੋਲ ਆਪਣੀ ਕਿਰਤ ਵੇਚਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ। ਪੂੰਜੀਵਾਦੀ ਮਜ਼ਦੂਰ ਨੂੰ ਉਸ ਦੀ ਪੂਰੀ ਮਜ਼ਦੂਰੀ ਨਹੀਂ ਦਿੰਦਾ, ਸਗੋਂ ਉਸ ਨੂੰ ਕੇਵਲ ਉਨੀ ਹੀ ਮਜ਼ਦੂਰੀ ਦਿੰਦਾ ਹੈ ਜਿਸ ਨਾਲ ਉਹ ਕੇਵਲ ਜਿਉਂਦਾ ਰਹਿ ਸਕੇ ਅਤੇ ਪੂੰਜੀਪਤੀ ਦੀ ਸੇਵਾ ਕਰ ਸਕੇ। ਮਜ਼ਦੂਰ ਦੀ ਮਜ਼ਦੂਰੀ ਅਤੇ ਪੈਦਾ ਕੀਤੀ ਵਸਤੂ ਦੇ ਵੇਚ ਮੁੱਲ ਵਿੱਚ ਜੋ ਅੰਤਰ ਹੈ ਉਸ ਨੂੰ ਕਾਰਲ ਮਾਰਕਸ ਨੇ ਵਾਧੂ ਮੁੱਲ ਦਾ ਜੋ ਸਿਧਾਂਤ ਦਾ ਨਾਂ ਦਿੱਤਾ ਹੈ, ਜਿਸ ਨੂੰ ਕਿ ਉਹ ਮਜ਼ਦੂਰ ਨੂੰ ਦੇਣਾ ਚਾਹੁੰਦਾ ਹੈ, ਜਦ ਕਿ ਅਸਲ ਵਿੱਚ ਉਹ ਸਾਰੇ ਦਾ ਸਾਰਾ ਪੂੰਜੀਪਤੀਆਂ ਦੀ ਜੇਬ ਦੇ ਵਿੱਚ ਚਲਾ ਜਾਂਦਾ ਹੈ। ਇਸ ਨੂੰ ਕਾਰਲ ਮਾਰਕਸ ਨੇ ਵਾਧੂ ਮੁੱਲ ਦਾ ਸਿਧਾਂਤ ਦਾ ਨਾਂ ਦਿੱਤਾ ਹੈ। ਇਸ ਤੋਂ ਬਾਅਦ ਅਸੀਂ ਅਗਲੇ ਜੋ ਸਿਧਾਂਤ ਦੀ ਗੱਲ ਕਰਾਂਗੇ, ਵਰਗ ਸੰਘਰਸ਼ ਕਲਾਸ ਵਾਰ। ਕਾਰਲ ਮਾਰਕਸ ਅਨੁਸਾਰ ਆਰੰਭ ਤੋਂ ਹੀ ਸਮਾਜ ਦੋ ਵਿਰੋਧੀ ਵਰਗਾਂ ਦੇ ਵਿੱਚ ਵੰਡਿਆ ਹੋਇਆ ਹੈ, ਜਿਵੇਂ ਕਿ ਪੂੰਜੀਪਤੀ ਅਤੇ ਮਜ਼ਦੂਰ, ਅਮੀਰ ਅਤੇ ਗਰੀਬ, ਲੁਟੇਰੇ ਅਤੇ ਲੁੱਟੇ ਜਾਣ ਵਾਲੇ, ਮਾਲਕ ਅਤੇ ਨੌਕਰ, ਸ਼ਾਸਕ ਅਤੇ ਸ਼ਾਸਤ। ਆਰੰਭ ਤੋਂ ਹੀ ਸਮਾਜ ਦੇ ਜਿਸ ਵਰਗ ਕੋਲ ਆਰਥਿਕ ਸ਼ਕਤੀ ਰਹੀ ਹੈ, ਉਹਨਾਂ ਕੋਲ ਹੀ ਰਾਜਨੀਤਿਕ ਸ਼ਕਤੀ ਵੀ ਰਹੀ ਹੈ, ਜਿਸ ਰਾਹੀਂ ਉਹ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ। ਤੇ ਮਾਰਕਸ ਦਾ ਵਿਚਾਰ ਹੈ ਕਿ ਇਹਨਾਂ ਦੋਹਾਂ ਵਰਗਾਂ ਦੇ ਆਪਸੀ ਹਿੱਤ ਪਰਸਪਰ ਵਿਰੋਧੀ ਹੁੰਦੇ ਹਨ। ਇਸ ਕਰਕੇ ਉਹਨਾਂ ਵਿੱਚ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਹੈ। ਅਮੀਰ ਵਰਗ ਗਰੀਬ ਵਰਗ ਦਾ ਸ਼ੋਸ਼ਣ ਕਰਦਾ ਰਹਿੰਦਾ ਹੈ ਅਤੇ ਰਾਜ ਗਰੀਬਾਂ ਦੇ ਸ਼ੋਸ਼ਣ ਵਿੱਚ ਅਮੀਰਾਂ ਦੀ ਸਹਾਇਤਾ ਕਰਦਾ ਹੈ। ਅਗਲੇ ਸਿਧਾਂਤ ਦੀ ਅਸੀਂ ਜੇਕਰ ਗੱਲ ਕਰੀਏ ਤਾਂ ਉਹ ਹੈ ਪੂੰਜੀਵਾਦ ਦਾ ਆਤਮਨਾਸ਼। ਮਾਰਕਸਵਾਦ ਦਾ ਵਿਸ਼ਵਾਸ ਹੈ ਕਿ ਪੂੰਜੀਵਾਦ ਹੌਲੀ ਹੌਲੀ ਆਪਣੇ ਆਪ ਹੀ ਖਤਮ ਹੋ ਜਾਵੇਗਾ, ਕਿਉਂਕਿ ਇਹ ਆਪਣੀ ਤਬਾਹੀ ਵੱਲ ਆਪ ਹੀ ਵੱਧ ਰਿਹਾ ਹੈ। ਨਿੱਜੀ ਸੰਪੱਤੀ ਅਤੇ ਖੁੱਲ੍ਹੇ ਮੁਕਾਬਲੇ ਦੇ ਨਤੀਜੇ ਵਜੋਂ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਛੋਟੇ ਪੂੰਜੀਪਤੀ ਵੱਡੇ ਪੂੰਜੀਪਤੀਆਂ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਅਤੇ ਵੱਡੇ ਪੂੰਜੀਪਤੀ ਉਹਨਾਂ ਨੂੰ ਹੜੱਪ ਕਰ ਜਾਂਦੇ ਹਨ, ਜਿਸ ਦੇ ਸਿੱਟੇ ਵਜੋਂ ਉਹ ਵੀ ਮਜ਼ਦੂਰਾਂ ਦੀ ਪੰਕਤੀ ਵਿੱਚ ਸ਼ਾਮਿਲ ਹੋ ਜਾਂਦੇ ਹਨ। ਇਸ ਪ੍ਰਕਾਰ ਮਜ਼ਦੂਰਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਅਮੀਰਾਂ ਦੀ ਗਿਣਤੀ ਘਟਦੀ ਜਾਂਦੀ ਹੈ। ਤਾਂ ਇੱਕ ਦਿਨ ਪੂੰਜੀਪਤੀਆਂ ਦੀ ਗਿਣਤੀ ਇੰਨੀ ਘਟ ਜਾਵੇਗੀ ਕਿ ਮਜ਼ਦੂਰਾਂ ਲਈ ਪੂੰਜੀਪਤੀਆਂ ਦੇ ਵਿਰੁੱਧ ਇਨਕਲਾਬ ਕਰਨਾ ਸੌਖਾ ਹੋ ਜਾਵੇਗਾ। ਉਦਯੋਗਾਂ ਦੇ ਇੱਕ ਹੀ ਜਗ੍ਹਾ 'ਤੇ ਕੇਂਦਰਿਤ ਹੋਣ ਅਤੇ ਮਸ਼ੀਨਾਂ ਦੇ ਵਾਧੇ ਨਾਲ ਵੀ ਪੂੰਜੀਪਤੀ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਰਿਹਾ ਹੈ। ਉਦਯੋਗਾਂ 'ਤੇ ਇੱਕ ਹੀ ਥਾਂ 'ਤੇ ਕੇਂਦਰਿਤ ਹੋ ਜਾਣ ਨਾਲ ਮਜ਼ਦੂਰਾਂ ਦੀ ਇੱਕ ਹੀ ਜਗ੍ਹਾ 'ਤੇ ਗਿਣਤੀ ਵੱਧ ਜਾਂਦੀ ਹੈ ਅਤੇ ਉਹ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਆਪਣੇ ਆਪਣੇ ਦੁੱਖ ਨੂੰ ਸਾਂਝਾ ਕਰਦੇ ਹਨ। ਇਸ ਨਾਲ ਉਹਨਾਂ ਵਿੱਚ ਵਰਗੀ ਸੂਝ-ਬੂਝ ਤੀਬਰ ਹੋ ਜਾਂਦੀ ਹੈ ਅਤੇ ਉਹ ਮਹਿਸੂਸ ਕਰਨਾ ਆਰੰਭ ਕਰ ਦਿੰਦੇ ਹਨ ਕਿ ਉਹਨਾਂ ਦੀਆਂ ਕਠਿਨਾਈਆਂ ਲਈ ਪੂੰਜੀਵਾਦੀ ਜੋ ਜ਼ਿੰਮੇਵਾਰ ਹਨ ਅਤੇ ਉਹ ਉਹਨਾਂ ਦਾ ਤਖਤਾ ਉਲਟਾਉਣ ਲਈ ਤਿਆਰ ਹੋ ਜਾਂਦੇ ਹਨ। ਰਾਜ ਦੇ ਅਲੋਪ ਹੋਣ ਵਿੱਚ ਵਿਸ਼ਵਾਸ। ਮਾਰਕਸਵਾਦ ਅਨੁਸਾਰ ਰਾਜ ਇੱਕ ਅਜਿਹਾ ਹਥਿਆਰ ਹੈ ਜਿਸ ਦੀ ਵਰਤੋਂ ਸ਼ਾਸਕ ਵਰਗ ਦੁਆਰਾ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਨ ਲਈ ਕੀਤੀ ਜਾਂਦੀ ਹੈ। ਇਸ ਲਈ ਰਾਜ ਇੱਕ ਦਿਨ ਅਜਿਹਾ ਆਏਗਾ ਜਿਸ ਵਿੱਚ ਰਾਜ ਨਾਂ ਦੀ ਸੰਸਥਾ ਆਪਣੇ ਆਪ ਹੀ ਅਲੋਪ ਹੋ ਜਾਵੇਗੀ। ਕ੍ਰਾਂਤੀਕਾਰੀ ਤਰੀਕਿਆਂ ਵਿੱਚ ਵਿਸ਼ਵਾਸ। ਮਾਰਕਸਵਾਦੀ ਕ੍ਰਾਂਤੀਕਾਰੀ ਤਰੀਕਿਆਂ ਦੁਆਰਾ ਪੂੰਜੀਵਾਦ ਦਾ ਨਾਸ਼ ਕੀਤੇ ਜਾਣ ਦੇ ਹੱਕ ਵਿੱਚ ਹਨ। ਉਹਨਾਂ ਦਾ ਵਿਚਾਰ ਹੈ ਕਿਉਂਕਿ ਪੂੰਜੀਵਾਦ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਹਨ ਅਤੇ ਰਾਜ ਸ਼ਕਤੀ ਇਸ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ, ਇਸ ਲਈ ਕ੍ਰਾਂਤੀਕਾਰੀ ਵਿਧੀਆਂ ਅਪਣਾਏ ਜਾਣ ਬਿਨਾਂ ਪੂੰਜੀਵਾਦ ਦਾ ਨਾਸ਼ ਨਹੀਂ ਕੀਤਾ ਜਾ ਸਕਦਾ। ਧਰਮ ਦਾ ਵਿਰੋਧ। ਮਾਰਕਸਵਾਦੀਆਂ ਅਨੁਸਾਰ ਧਰਮ ਅਮੀਰਾਂ ਦੇ ਹੱਥ ਵਿੱਚ ਗਰੀਬਾਂ ਦਾ ਸ਼ੋਸ਼ਣ ਕਰਨ ਵਾਲਾ ਯੰਤਰ ਹੈ ਅਤੇ ਇਹ ਲੋਕਾਂ ਨੂੰ ਅੰਧ ਵਿਸ਼ਵਾਸੀ ਪਛਾਣ ਖਿੱਚੂ ਬਣਾਉਂਦਾ ਹੈ, ਵਿਕਾਸ ਦੇ ਰਸਤੇ ਦੀ ਰੁਕਾਵਟ ਹੈ। ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਆਪਣੀ ਮਾੜੀ ਹਾਲਤ ਲਈ ਆਪਣੇ ਭਾਗਾਂ ਨੂੰ ਕੋਸਦੇ ਹਨ, ਨਾ ਕਿ ਵਿਵਸਥਾ ਨੂੰ। ਇਸੇ ਹੀ ਕਾਰਨ ਕਾਰਲ ਮਾਰਕਸ ਧਰਮ ਨੂੰ ਅਫੀਮ ਮੰਨਦਾ ਹੈ, ਜਿਸ ਨੂੰ ਖਾ ਕੇ ਵਿਅਕਤੀ ਸੁੱਤੇ ਰਹਿੰਦਾ ਹੈ ਅਤੇ ਇੱਕੋ ਹੀ ਕਾਰਨ ਹੈ ਸਾਮਵਾਦੀ ਦੇਸ਼ਾਂ ਵਿੱਚ ਧਰਮ ਦਾ ਪ੍ਰਚਾਰ ਕਰਨ 'ਤੇ ਪਾਬੰਦੀ
ਲਗਾਈ ਹੋਈ ਹੈ। ਮਜ਼ਦੂਰ ਵਰਗ ਦੀ ਤਾਨਾਸ਼ਾਹੀ। ਮਾਰਕਸਵਾਦੀ ਪੂੰਜੀਵਾਦ ਦਾ ਖਾਤਮਾ ਕਰਕੇ ਸਮੁੱਚੀ ਸ਼ਕਤੀ ਮਜ਼ਦੂਰ ਵਰਗ ਨੂੰ ਦੇਣਾ ਚਾਹੁੰਦੇ ਹਨ। ਉਹਨਾਂ ਦਾ ਵਿਚਾਰ ਹੈ ਕਿ ਜਿਸ ਤਰ੍ਹਾਂ ਪੂੰਜੀਪਤੀ ਗਰੀਬਾਂ ਦਾ ਆਪਣੇ ਹਿੱਤਾਂ ਲਈ ਸ਼ੋਸ਼ਣ ਕਰਦੇ ਹਨ, ਉਸੇ ਤਰ੍ਹਾਂ ਮਜ਼ਦੂਰਾਂ ਨੂੰ ਪੂੰਜੀਪਤੀਆਂ ਦਾ ਸ਼ੋਸ਼ਣ ਕਰਨਾ ਚਾਹੀਦਾ ਹੈ ਅਤੇ ਪੂੰਜੀਵਾਦ ਨੂੰ ਕੁਚਲਣ ਲਈ ਅਸੀਮਤ ਸ਼ਕਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨਿੱਜੀ ਖੇਤਰ ਦਾ ਵਿਰੋਧ। ਮਾਰਕਸਵਾਦ ਨਿੱਜੀ ਖੇਤਰ ਨੂੰ ਖਤਮ ਕਰਕੇ ਸਮੂਹਿਕ ਅਧਿਕਾਰ ਖੇਤਰ ਕਾਇਮ ਕਰਨਾ ਚਾਹੁੰਦੇ ਹਨ ਤਾਂ ਜੋ ਉਤਪਾਦਨ ਦੇ ਸਾਧਨਾਂ ਦਾ ਪ੍ਰਯੋਗ ਸਮੂਹਿਕ ਭਲਾਈ ਲਈ ਕੀਤਾ ਜਾ ਸਕੇ। ਮਾਰਕਸਵਾਦ ਨੂੰ ਸਾਰੇ ਸੰਸਾਰ ਦੇ ਵਿੱਚ ਫੈਲਾਉਣਾ। ਮਾਰਕਸਵਾਦੀ ਵਿਚਾਰਧਾਰਾ ਨੂੰ ਸਾਰੇ ਸੰਸਾਰ ਵਿੱਚ ਫੈਲਾਉਣਾ ਚਾਹੁੰਦੇ ਹਨ। ਇਸ ਨੂੰ ਇੱਕ ਅੰਤਰਰਾਸ਼ਟਰੀ ਲਹਿਰ ਬਣਾ ਦੇਣਾ ਚਾਹੁੰਦੇ ਹਨ ਅਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਕਾਰਲ ਮਾਰਕਸ ਨੇ ਸੰਸਾਰ ਦੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ। ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ। ਮਾਰਕਸਵਾਦ ਦਾ ਅੰਤਿਮ ਉਦੇਸ਼ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ ਕਰਨਾ ਹੈ, ਜਿਸ ਦੇ ਵਿੱਚ ਮਾਰਕਸਵਾਦ ਕਹਿੰਦਾ ਹੈ ਕਿ ਜੇਕਰ ਅਸੀਂ ਇੱਕ ਅਜਿਹੇ ਰਾਜ ਦੀ ਸਥਾਪਨਾ ਕਰਨੀ ਹੈ ਜਿਸ ਵਿੱਚ ਵਰਗ ਨਾ ਹੋਵੇ ਤਾਂ ਸਾਨੂੰ ਜੋ ਹੈ ਵੱਖ-ਵੱਖ ਪੱਧਰਾਂ ਦੇ ਵਿੱਚੋਂ ਦੀ ਲੰਘਣਾ ਪਵੇਗਾ। ਸਮਾਜਿਕ ਕ੍ਰਾਂਤੀ। ਮਜ਼ਦੂਰ ਵਰਗ ਦੀ ਤਾਨਾਸ਼ਾਹੀ ਅਤੇ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ। ਸਭ ਤੋਂ ਪਹਿਲਾਂ ਸਮਾਜਿਕ ਕ੍ਰਾਂਤੀ ਦੀ ਗੱਲ ਕਰੀਏ ਤਾਂ ਕਾਰਲ ਮਾਰਕਸ ਅਨੁਸਾਰ ਵਰਗ ਰਹਿਤ ਅਤੇ ਰਾਜ ਸਮਾਜ ਦੀ ਸਥਾਪਨਾ ਵੱਲ ਪਹਿਲਾ ਕਦਮ ਸਮਾਜਿਕ ਕ੍ਰਾਂਤੀ ਹੈ। ਉਂਝ ਤਾਂ ਪੂੰਜੀਵਾਦ ਆਪਣੇ ਆਪ ਹੀ ਆਪਣੇ ਵਿਨਾਸ਼ ਵੱਲ ਵੱਧ ਰਿਹਾ ਹੈ, ਪਰੰਤੂ ਇਸ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ। ਇਸ ਲਈ ਇਸ ਦੇ ਖਾਤਮੇ ਲਈ ਮਜ਼ਦੂਰਾਂ ਨੂੰ ਯਤਨ ਕਰਨੇ ਚਾਹੀਦੇ ਹਨ। ਮਜ਼ਦੂਰਾਂ ਨੂੰ ਚਾਹੀਦਾ ਕਿ ਆਪਣੇ ਆਪ ਨੂੰ ਸੰਗਠਿਤ ਕਰਨ ਅਤੇ ਸੂਝ-ਬੂਝ ਦਾ ਪ੍ਰਸਾਰ ਕਰਨ ਅਤੇ ਸਮਾਜ ਵਿੱਚ ਕ੍ਰਾਂਤੀ ਲਿਆਉਣ। ਮਜ਼ਦੂਰ ਵਰਗ ਦੀ ਤਾਨਾਸ਼ਾਹੀ। ਰਾਜ ਸੱਤਾ ਦੀ ਪ੍ਰਾਪਤੀ ਪਿੱਛੋਂ ਮਜ਼ਦੂਰ ਵਰਗ ਨੂੰ ਆਪਣੀ ਤਾਨਾਸ਼ਾਹੀ ਸਥਾਪਿਤ ਕਰਨੀ ਚਾਹੀਦੀ ਹੈ ਅਤੇ ਸਾਰੀ ਰਾਜ ਸੱਤਾ ਪੂੰਜੀਵਾਦ ਦੇ ਖਾਤਮੇ ਲਈ ਲਗਾ ਦੇਣੀ ਚਾਹੀਦੀ ਹੈ। ਵਰਗ ਰਹਿਤ ਤੇ ਰਾਜ ਰਹਿਤ ਸਮਾਜ। ਜਦੋਂ ਪੂੰਜੀਵਾਦ ਦਾ ਖਾਤਮਾ ਹੋ ਜਾਏਗਾ ਤਾਂ ਸਮਾਜ ਵਿੱਚ ਪਾਏ ਜਾਣ ਵਾਲੇ ਵਰਗ ਆਪਣੇ ਆਪ ਹੀ ਖਤਮ ਹੋ ਜਾਣਗੇ। ਕੋਈ ਮਾਲਕ ਨਹੀਂ ਹੋਵੇਗਾ ਤੇ ਸਾਰੇ ਲੋਕ ਕਾਮੇ ਹੀ ਹੋਣਗੇ। ਅਮੀਰ, ਗਰੀਬ, ਤਕੜੇ, ਮਾੜੇ, ਸ਼ਾਸਕ, ਸ਼ਾਸਤ ਆਦਿ ਸਭ ਦੇ ਫਰਕ ਖਤਮ ਹੋ ਜਾਣਗੇ। ਤਾਂ ਇਸ ਤਰ੍ਹਾਂ ਅੱਜ ਅਸੀਂ ਮਾਰਕਸਵਾਦ ਦੀ ਵਿਚਾਰਧਾਰਾ ਉੱਪਰ ਚਰਚਾ ਕੀਤੀ। ਸਭ ਤੋਂ ਪਹਿਲਾਂ ਅਸੀਂ ਮਾਰਕਸਵਾਦ ਦੇ ਅਰਥਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ। ਉਸ ਤੋਂ ਬਾਅਦ ਜੋ ਮਾਰਕਸਵਾਦ ਦੇ ਮੁੱਖ ਸਿਧਾਂਤ ਕੀ ਹਨ ਇਸ ਦੇ ਉੱਪਰ ਵਿਚਾਰ ਕੀਤੀ। ਥੈਂਕਸ। ਹੈਵ ਅ ਨਾਈਸ ਡੇ।